नमस्कार जी, सत श्री अकाल। मैं मनीष स्टडी वर्ड इमीग्रेशन तो ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਾफ़ी ਬੱਚਿਆਂ ਨੂੰ ਰਿਕੁਐਸਟ ਲੈਟਰਸ ਆਈਆਂ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ, ਜਿਹਦੇ ਵਿੱਚ ਵੀ ਕੁਝ ਡਾਕੂਮੈਂਟਸ ਦੀ ਰਿਕੁਆਇਰਮੈਂਟ ਦੱਸੀ ਗਈ ਹੈ। ਅਤੇ ਇਹ ਸਾਰੀ ਚੀਜ਼ ਕਾफ़ੀ ਇੰਪੋਰਟੈਂਟ ਹੈ ਬੱਚੇ ਵਾਸਤੇ, ਖਾਸ ਕਰ ਉਹ ਬੱਚਿਆਂ ਵਾਸਤੇ ਵੀ ਜਿਨ੍ਹਾਂ ਨੇ ਕਾफ़ੀ ਦੇਰ ਦੀਆਂ ਫਾਈਲਾਂ ਲਾ ਰੱਖੀਆਂ ਹੈ। ਕਈ ਬੱਚੇ ਤਾਂ ਇੱਕ ਸਾਲ ਤੋਂ ਵੇਟ ਕਰ ਰਹੇ ਸੀਗੇ, ਅਤੇ ਕਈ ਬੱਚੇ ਐਸੇ ਸੀਗੇ ਜਿਹੜੇ AIP ਲੈ ਕੇ ਆਪਣੀਆਂ ਔਨਲਾਈਨ ਕਲਾਸਾਂ ਲਗਾ ਰਹੇ ਸੀ, ਜਾਂ ਕਈ ਬੱਚੇ ਐਸੇ ਵੀ ਸੀਗੇ ਜਿਨ੍ਹਾਂ ਨੇ ਨਵੀਂ ਫਾਈਲ ਲਗਾਈ ਸੀ ਬਟ ਵੀ ਉਹਨਾਂ ਨੂੰ ਡਿਸੀਜਨ ਨਹੀਂ ਮਿਲ ਰਿਹਾ ਸੀਗਾ। ਹੁਣ ਇਹ ਸਾਰੀਆਂ ਜੋ ਰਿਕੁਐਸਟ ਲੈਟਰਸ ਹੈਗੀਆਂ ਉਹੀ ਬੱਚਿਆਂ ਦੀਆਂ ਹੈਗੀਆਂ ਬੇਸਿਕਲੀ ਦੇਖਣ ਵਾਲੀਆਂ ਵੀ ਜਿਹੜੇ 10 ਕਾਲਜਿਸ ਸਸਪੈਂਡਡ ਕਾਲਜਿਸ ਸੀਗੇ ਅਤੇ ਜਿਨ੍ਹਾਂ ਦੀ ਕੋਈ ਪ੍ਰੋਸੈਸਿੰਗ ਨਹੀਂ ਹੋ ਰਹੀ ਸੀਗੀ, ਅਤੇ ਉਹਨਾਂ ਦੀ ਹੀ ਰਿਕੁਐਸਟ ਲੈਟਰਸ ਆਈਆਂ। ਬੱਚੇ ਉਹ ਵੀ ਨੇ ਜਿਨ੍ਹਾਂ ਦੀ AIP ਆਈ ਹੋਈ ਸੀਗੀ, ਅਤੇ ਉਹ ਵੀ ਬੱਚੇ ਹੈਗੇ ਨੇ ਜਿਨ੍ਹਾਂ ਦੀ ਕੋਈ AIP ਨਹੀਂ ਆਈ ਸੀ, ਕੋਈ ਵੀ ਯਾਨੀ ਕਿ ਡਾਕੂਮੈਂਟ ਨਹੀਂ ਮੰਗਿਆ ਗਿਆ ਸੀ ਐਮਬੈਸੀ ਵੱਲੋਂ, ਅਤੇ ਐਸ ਵੀ ਸਿੰਪਲੀ ਬੱਚੇ ਨੇ ਅਪਲਾਈ ਕੀਤਾ ਸੀ ਅਤੇ ਬੱਚਾ ਵੇਟ ਕਰ ਰਿਹਾ ਸੀਗਾ। ਹੁਣ ਅੱਜ ਦਾ ਜਿਹੜਾ ਸਾਰਾ ਇਹ ਟੌਪਿਕ ਹੈਗਾ, ਅੱਜ ਦਾ ਜਿਹੜਾ ਆਪਾਂ ਵੀਡੀਓ ਬਣਾਇਆ ਹੈ, ਇਹਦਾ ਮੇਨ ਮਕਸਦ ਇਹ ਹੈ ਵੀ ਤੁਹਾਨੂੰ ਗਾਈਡ ਕਰਨਾ ਵੀ ਕਿਹੜੇ ਡਾਕੂਮੈਂਟਸ ਤੁਹਾਨੂੰ ਦੇਣੇ ਹੈ, ਕਿਸ ਤਰੀਕੇ ਨਾਲ ਦੇਣੇ ਆ, ਉਹਦੇ ਵਿੱਚ ਕੀ ਰਿਕੁਆਇਰਮੈਂਟ ਹੋਏਗੀ, ਕੀ ਤੁਸੀਂ ਉਹਦੇ ਵਿੱਚ ਪ੍ਰੋਵਾਈਡ ਕਰਨਾ, ਅਤੇ ਵੀ ਜਿਹਦੇ ਨਾਲ ਵੀ ਇਸ ਟਾਈਮ 'ਤੇ ਜੋ ਸਿਚੁਏਸ਼ਨ ਇਹਨਾਂ ਨੇ ਬਣਾਤੀ ਵੀ ਅਦਰਵਾਈਜ਼ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਫੰਡਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ, ਵੀ ਆਪਾਂ ਫੰਡਸ ਮੈਂਡੇਟਰੀ ਨਹੀਂ ਹੁੰਦੇ ਹੈਗੇ ਐਮਬੈਸੀ ਦੇ ਵਿੱਚ ਲਗਾਉਣ ਲਈ, ਖਾਸ ਕਰਕੇ ਕੈਨੇਡੀਅਨ ਹਾਈ ਕਮਿਸ਼ਨ ਵਿੱਚ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਮੈਂਡੇਟਰੀ ਨਹੀਂ ਹੁੰਦੇ, ਬੱਚੇ ਦੀ ਮਰਜ਼ੀ ਹੈ ਲਗਾ ਸਕਦਾ ਹੈ, ਨਹੀਂ ਵੀ ਲਗਾਏ ਤਾਂ ਉਹਦੇ ਬਿਨਾਂ ਵੀ ਐਸ ਸੱਚ ਕੋਈ ਮੈਂਡੇਟਰੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਡਾਕੂਮੈਂਟਸ ਦੀ। ਬਟ ਇਸ ਟਾਈਮ ਜਿਹੜੀ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਵੀ ਬੱਚਿਆਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਮੰਗੇ ਗਏ ਨੇ, ਬੱਚਿਆਂ ਦੇ ਇਨਕਮ ਦੇ ਡਾਕੂਮੈਂਟਸ ਫੈਮਿਲੀ ਦੇ ਮੰਗੇ ਗਏ ਨੇ, ਸਾਰੇ ਡਾਕੂਮੈਂਟਸ ਮੰਗੇ ਗਏ ਨੇ। ਆਪਾਂ ਇੱਕ ਕਰਕੇ ਸਾਰਾ ਡਿਸਕਸ ਕਰ ਦਿੰਦੇ ਹਾਂ ਜੀ। ਪਹਿਲੇ ਡਾਕੂਮੈਂਟਸ ਤੋਂ ਸਟਾਰਟ ਕਰਦੇ ਹਾਂ ਜੀ। ਵੀ ਇਹਨਾਂ ਨੇ ਇੱਕ ਸਟੱਡੀ ਪਲਾਨ ਮੰਗਿਆ ਵੀ ਤੁਸੀਂ ਆਊਟਲਾਈਨਿੰਗ ਯੋਰ ਸਟੱਡੀ ਪਲਾਨਸ ਇਨ ਕੈਨੇਡਾ। ਇਹਦਾ ਮਤਲਬ ਇਹ ਹੈ ਵੀ ਤੁਸੀਂ ਜਿਹੜਾ ਸਟੱਡੀ ਕਰਨਾ ਚਾਹੁੰਦੇ ਹੋ ਉਹਦਾ ਰੀਜ਼ਨ ਕੀ ਹੈ ਸਟੱਡੀ ਕਰਨ ਦਾ, ਉਹਦੇ ਕੀ ਬੈਨੀਫਿਟਸ ਨੇ ਤੁਹਾਡੇ, ਇਹੀ ਕੋਰਸ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਕੈਨੇਡਾ ਵਿੱਚ ਹੀ ਕਿਉਂ ਪੜ੍ਹਨਾ ਚਾਹੁੰਦੇ ਹੋ। ਇਹ ਸਾਰੀਆਂ ਚੀਜ਼ਾਂ ਜਿਵੇਂ ਇੱਕ ਆਪਾਂ ਕਹਿੰਦੇ ਹਾਂ ਵੀ ਸਟੇਟਮੈਂਟ ਆਫ ਪਰਪਸ ਦਾ ਪਾਰਟ ਆ ਜਾਂਦਾ ਵੀ ਸਾਡੀ ਕੰਪਨੀ ਸ਼ੁਰੂ ਤੋਂ ਹੀ ਸਟੇਟਮੈਂਟ ਆਫ ਪਰਪਸ ਪ੍ਰੋਪਰ ਦੀ ਲਗਾਉਂਦੀ ਆਈ ਹੈ, ਅਤੇ ਅਸੀਂ ਵੀ ਕੋਈ ਵੀ ਫਾਈਲ ਬਿਨਾਂ ਸਟੇਟਮੈਂਟ ਆਫ ਪਰਪਸ ਨਹੀਂ ਲਗਾਉਂਦੇ, ਅਤੇ ਜੋ ਵੀ ਡਾਕੂਮੈਂਟੇਸ਼ਨ ਜਿਵੇਂ ਹੁਣ ਮੰਗੇ ਜਾ ਰਹੇ ਨੇ ਟੈਕਨੀਕਲੀ ਅਸੀਂ ਪਹਿਲਾਂ ਹੀ ਪ੍ਰੋਵਾਈਡ ਕਰਕੇ ਹੀ ਲਗਾਉਂਦੇ ਹਾਂ। ਵੀ ਸਾਡੀ ਕੰਪਨੀ ਫਾਈਨੈਂਸ਼ੀਅਲ ਡਾਕੂਮੈਂਟ, ਸਟੇਟਮੈਂਟ ਆਫ ਪਰਪਸ, ਇਨਕਮ ਦੇ ਡਾਕੂਮੈਂਟ ਸਾਰੇ ਪਹਿਲਾਂ ਹੀ ਪ੍ਰੋਵਾਈਡ ਕਰਕੇ ਰੱਖਦੀ ਹੈ, ਤਾਂ ਕਿ ਬਾਈ ਚਾਂਸ ਵੀ ਕੇਸ ਅਗਰ ਕਿਤੇ ਮੰਗ ਦਿੱਤਾ ਜਾਏ ਜਾਂ ਫਿਰ ਉਹਦੇ 'ਤੇ ਧਿਆਨ ਦਿੱਤਾ ਜਾਏ ਅਤੇ ਵੀ ਬੱਚੇ ਦੇ ਡਾਕੂਮੈਂਟ ਅੱਛੇ ਦਿਖਣਗੇ ਅਤੇ ਉਹਦੇ ਵਿੱਚ ਸਕਸੈਸ ਰੇਟ ਬੱਚੇ ਦਾ ਵੈਸੇ ਹੀ ਹਾਈ ਹੋ ਜਾਂਦਾ ਹੈ। ਹੁਣ ਸਾਡੇ ਜ਼ਿਆਦਾਤਰ ਬੱਚੇ ਜਿਨ੍ਹਾਂ ਦੀ ਫਾਈਲਾਂ ਲੱਗੀਆਂ ਸੀ ਉਹਨਾਂ ਦੇ ਡਾਕੂਮੈਂਟੇਸ਼ਨ ਸਾਰੀ ਪੂਰੀ ਹੀ ਹੈ, ਅਤੇ ਕੋਈ ਐਸ ਸੱਚ ਵੀ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ। ਬਟ ਜਿਹੜੇ ਬੱਚਿਆਂ ਨੇ ਫਾਈਲਾਂ ਕਿਤੋਂ ਵੀ XYZ ਕੰਸਲਟੈਂਟ ਤੋਂ ਲਗਾਈਆਂ ਹੋਈਆਂ ਸੀਗੀਆਂ, ਵੀ ਹੋ ਸਕਦਾ ਹੈ ਸਟੱਡੀ ਪਲਾਨ ਨਾ ਲੱਗਿਆ ਹੋਇਆ ਤੁਹਾਡਾ, ਹੋ ਸਕਦਾ ਤੁਹਾਡੇ ਇਨਕਮ ਦੇ ਡਾਕੂਮੈਂਟ ਸਟਰੋਂਗ ਨਾ ਲੱਗੇ ਹੋਣ, ਹੋ ਸਕਦਾ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਨਾ ਲੱਗੇ ਹੋਣ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪ੍ਰੋਬਲਮੈਟਿਕ ਹੋ ਸਕਦੀਆਂ ਤੁਹਾਡੇ ਵਾਸਤੇ। ਹੁਣ ਜਿਹੜਾ ਸਟੱਡੀ ਪਲਾਨ ਹੈਗਾ ਬੇਸਿਕਲੀ ਇਹ ਸਟੇਟਮੈਂਟ ਆਫ ਪਰਪਸ ਹੈਗਾ। ਇਹਦੇ 15-16 ਪੁਆਇੰਟ ਹੁੰਦੇ ਆ ਐਸ ਸੱਚ ਅਗਰ ਆਪਾਂ ਟੋਟਲ ਗੱਲ ਕਰੀਏ ਤਾਂ, ਵੀ ਅਗਰ ਤੁਹਾਨੂੰ ਕੋਈ ਫਾਰਮੈਟ ਚਾਹੀਦਾ ਜਾਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਇਸ ਬਾਰੇ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ ਵੀ ਕਿਹੜੇ ਕੁਐਸਚਨਸ ਤੁਸੀਂ ਐਡਰੈਸ ਕਰਨੇ ਆ ਸਟੇਟਮੈਂਟ ਆਫ ਪਰਪਸ ਜਿਹੜਾ ਸਟੱਡੀ ਪਲਾਨ ਦੇ ਵਿੱਚ ਤੁਸੀਂ ਜਿਹੜੇ ਪੂਰੇ ਕਰਨੇ ਆ। ਹੁਣ ਇਹਦੇ ਵਿੱਚ ਇਹਨਾਂ ਨੇ ਇਹ ਦੇਖਣਾ ਵੀ ਤੁਹਾਡਾ ਕਾਰਨ ਕੀ ਹੈ ਵੀ ਕੈਨੇਡਾ ਦੇ ਵਿੱਚ, ਬੇਸਿਕਲੀ ਵੀ ਕੈਨੇਡਾ ਵਿੱਚ ਹੀ ਕਿਉਂ ਪੜ੍ਹਨਾ ਹੈਗਾ, ਇੰਡੀਆ 'ਚ ਕਿਉਂ ਨਹੀਂ ਪੜ੍ਹਨਾ, ਹੋਰ ਜਿਹੜੇ ਕੰਟਰੀਜ਼ 'ਚ ਕਿਉਂ ਨਹੀਂ ਤੁਸੀਂ ਚੂਜ਼ ਕੀਤਾ ਹੈਗਾ, ਕੋਰਸ ਦੇ ਬੈਨੀਫਿਟ ਕੀ ਹੈ, ਕੋਰਸ ਦੇ ਵਿੱਚ ਪੜ੍ਹਾਇਆ ਕੀ ਜਾਏਗਾ, ਕੋਰਸ ਰੈਲੇਵੈਂਟ ਕਿਵੇਂ ਹੈ ਤੁਹਾਡੀ ਪੜ੍ਹਾਈ ਦੇ ਨਾਲ, ਤੁਹਾਡੀ ਫੈਮਿਲੀ ਦੇ ਵਿੱਚ ਕੌਣ ਹੈਗੇ ਨੇ, ਅਤੇ ਫਿਰ ਵੀ ਉਹਨਾਂ ਦੀ ਕੀ ਸਪੋਰਟ ਹੈ ਤੁਹਾਨੂੰ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। ਕੋਰਸ ਕੰਟੈਂਟ ਵੀ ਲਿਖਣੇ ਤੁਹਾਨੂੰ ਜ਼ਰੂਰੀ ਹੈ ਵੀ ਕੀ ਪੜ੍ਹਾਇਆ ਜਾਏਗਾ, ਕਿਹੜੇ ਸਬਜੈਕਟ ਪੜ੍ਹਾਏ ਜਾਣਗੇ, ਇਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਕਿਹੜੀਆਂ ਜੌਬਸ ਅਵੇਲੇਬਲ ਹੋਣਗੀਆਂ, ਇਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਕਿੰਨੀ ਕੁ ਸੈਲਰੀ ਮਿਲ ਸਕਦੀ ਹੈ, ਕਿਹੜੀ ਕੰਪਨੀਜ਼ ਤੁਹਾਨੂੰ ਜੌਬ ਦੇ ਸਕਦੀਆਂ, ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਕੈਨੇਡਾ ਰੁਕੋਗੇ ਜਾਂ ਇੰਡੀਆ ਵਾਪਸ ਆਓਗੇ, ਵੀ ਕੀ ਤੁਹਾਡਾ ਅੱਗੇ ਦਾ ਪਲਾਨ ਹੈਗਾ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਪਡੇਟਡ ਸਟੱਡੀ ਪਲਾਨ, ਵੀ ਸਟੱਡੀ ਪਲਾਨ ਤੁਸੀਂ ਪਹਿਲਾਂ ਦਿੱਤਾ ਹੋਏਗਾ ਨੋ ਡਾਊਟ, ਹੁਣ ਇੱਕ ਅਪਡੇਟਡ ਸਟੱਡੀ ਪਲਾਨ ਦੇਣਾ ਹੈ ਜਿਹਦੇ ਵਿੱਚ 1 ਸਾਲ ਤੁਹਾਡਾ ਨਿਕਲ ਚੁੱਕਿਆ ਜਾਂ 6 ਮਹੀਨੇ ਨਿਕਲ ਚੁੱਕੇ ਜਾਂ 3 ਮਹੀਨੇ ਨਿਕਲ ਚੁੱਕੇ ਨੇ। ਹੁਣ ਉਹਦੇ ਵਿੱਚ ਸਾਲ ਦੇ ਵਿੱਚ ਜਾਂ 6 ਮਹੀਨੇ 'ਚ ਜਾਂ 3 ਮਹੀਨੇ 'ਚ ਜਿੰਨੀ ਦੇਰ ਵੀ ਤੁਹਾਡੀ ਫਾਈਲ ਲੱਗੀ ਨੂੰ ਹੋ ਗਿਆ, ਉਹਦੇ ਵਿੱਚ ਤੁਸੀਂ ਹੋਰ ਕੀ ਕੀਤਾ ਹੈ ਉਹਨੂੰ ਅਪਡੇਟ ਕਰੋ।
ਤੁਸੀਂ ਹੋ ਸਕਦਾ ਹੈ AIP ਆਇਆ ਹੋਏ ਤੁਹਾਡਾ ਤੇ ਤੁਸੀਂ ਆਨਲਾਈਨ ਕਲਾਸਾਂ ਲਗਾਈਆਂ ਹੋਣ, ਤੁਸੀਂ ਇਹ ਮੈਂਸ਼ਨ ਕਰੋ ਵੀ ਤੁਸੀਂ ਜੀ ਆਨਲਾਈਨ ਕਲਾਸਾਂ ਲਗਾਈਆਂ ਸੀਗੀਆਂ। ਤੁਸੀਂ ਅਗਰ ਆਨਲਾਈਨ ਨਹੀਂ ਕਲਾਸਾਂ ਲਗਾਈਆਂ ਸੀ, ਡੈਫਰ ਕੀਤਾ ਸੀਗਾ, ਉਹ ਮੈਂਸ਼ਨ ਕਰੋ ਵੀ ਤੁਸੀਂ ਡੈਫਰ ਕੀਤਾ ਸੀਗਾ। ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਜੌਬ ਕੀਤੀ ਹੈ, ਜਿਵੇਂ ਹੋ ਸਕਦਾ ਤੁਸੀਂ 6 ਮਹੀਨੇ ਹੋ ਗਏ ਤੁਹਾਡੀ ਫਾਈਲ ਲੱਗੀ ਨੂੰ, 8 ਮਹੀਨੇ ਹੋ ਗਏ ਤੁਹਾਡੀ ਫਾਈਲ ਲੱਗੀ ਨੂੰ, ਵੀ ਤੁਹਾਡਾ ਕੋਈ AIP ਨਹੀਂ ਆਇਆ, ਤੁਹਾਡਾ ਡਿਸੀਜਨ ਦੀ ਵੇਟ ਕਰ ਰਹੇ ਸੀ ਤੁਸੀਂ ਇਹ ਵੀ ਦਿਖਾ ਸਕਦੇ ਹੋ ਵੀ ਤੁਸੀਂ ਉਸ ਫਾਈਲ ਲੱਗਣ ਤੋਂ ਬਾਅਦ ਤੁਸੀਂ ਕੀ ਕੀਤਾ। ਤੁਸੀਂ ਅਗਰ ਕੋਈ ਜੌਬ ਕੀਤੀ ਹੈ ਸ਼ੁਰੂ, ਜਾਂ ਤੁਸੀਂ ਕੋਈ ਵਰਕ ਜਿਵੇਂ ਕਿਤੇ ਕੋਈ ਪੜ੍ਹਾਈ ਸ਼ੁਰੂ ਕੀਤੀ ਹੈ, ਕੋਈ ਐਡਮਿਸ਼ਨ ਦਿੱਤੀ ਹੈ, ਕੋਈ ਕੁਝ ਵੀ ਤੁਸੀਂ ਅੱਗੇ ਕੰਟੀਨਿਊਟੀ ਬਣਾਈ ਹੈ ਆਪਦੀ ਐਜੂਕੇਸ਼ਨ ਦੀ, ਜਾਂ ਕੋਈ IELTS ਇੰਪਰੂਵ ਕੀਤਾ ਹੈ ਤੁਸੀਂ ਫॉर ਐਗਜ਼ਾਮਪਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਮੈਂਸ਼ਨ ਕਰ ਸਕਦੇ ਹੋ। ਉਹਨਾਂ ਨੇ ਦੇਖਣਾ ਵੀ ਪਿਛਲੀ ਜਦੋਂ ਫਾਈਲ ਲੱਗੀ ਸੀ ਤੁਹਾਡੀ ਤੇ ਹੁਣ ਤੱਕ ਕੀ ਡਿਫਰੈਂਸ ਕੀ ਆਇਆ, ਵੀ ਤੁਸੀਂ ਕੀ ਕੀਤਾ ਹੈ ਉਸ ਦੌਰਾਨ, ਕੀ ਕੀਤਾ ਹੈ। ਵੀ ਤੁਸੀਂ ਉਹ ਅਗਰ ਪੜ੍ਹਾਈ ਕੀਤੀ ਆਨਲਾਈਨ ਉਹ ਲਿਖੋ, ਤੁਸੀਂ ਅਗਰ IELTS ਇੰਪਰੂਵ ਕੀਤਾ ਹੈ, ਜੌਬ ਕੀਤੀ ਹੈ, ਕੋਈ ਫੈਮਿਲੀ 'ਚ ਤੁਸੀਂ ਹੈਲਪ ਕੀਤੀ ਹੈ, ਕੋਈ ਤੁਹਾਡੇ ਘਰ ਦਾ ਕੋਈ ਬਿਜ਼ਨਸ ਹੈ ਜਾਂ ਕੋਈ ਖੇਤੀਬਾੜੀ ਦਾ ਕੰਮ ਵੀ ਹੈਗਾ ਉਹਦੇ ਵਿੱਚ ਤੁਸੀਂ ਪੇਰੈਂਟਸ ਦੀ ਹੈਲਪ ਕੀਤੀ ਹੈ, ਸਾਰੀ ਚੀਜ਼ਾਂ ਮੈਂਸ਼ਨ ਕੀਤੀਆਂ ਜਾ ਸਕਦੀਆਂ। ਫਿਰ ਇਸ ਤੋਂ ਇਲਾਵਾ ਆ ਗਿਆ ਜੀ ਸੈਕਿੰਡ ਚੀਜ਼ ਆ ਗਈ ਵੀ ਤੁਹਾਨੂੰ ਸਪਾਂਸਰ ਕੌਣ ਕਰ ਰਿਹਾ ਸਟੱਡੀਜ਼ ਵਾਸਤੇ ਕੈਨੇਡਾ ਦੇ ਵਿੱਚ। ਇਹਦੇ ਸਪਾਂਸਰ ਬੇਸਿਕਲੀ ਆਪਾਂ ਗੱਲ ਕਰੀਏ ਵੀ ਤੁਹਾਡੇ ਪੇਰੈਂਟਸ ਦਾ ਸਪਾਂਸਰ ਹੁੰਦੇ ਹੀ ਹੁੰਦੇ ਨੇ, ਤੁਹਾਡੇ ਬ੍ਰਦਰ ਸਿਸਟਰ ਵੀ ਸਪਾਂਸਰ ਹੋ ਸਕਦੇ ਨੇ, ਤੁਹਾਡੇ ਗ੍ਰੈਂਡ ਪੇਰੈਂਟਸ ਵੀ ਸਪਾਂਸਰ ਹੋ ਸਕਦੇ ਨੇ, ਤੁਹਾਡੇ ਰਿਲੇਟਿਵਸ ਜਿਹਨੂੰ ਕਹਿੰਦੇ ਆ ਵੀ ਤੁਹਾਡੇ ਚਾਚਾ ਜੀ, ਤੁਹਾਡੇ ਤਾਇਆ ਜੀ, ਤੁਹਾਡੇ ਮਾਮਾ ਜੀ ਹੋ ਗਏ, ਤੁਹਾਡੇ ਮਾਸੀ ਜੀ ਹੋ ਗਏ, ਵੀ ਯਾਨੀ ਕਿ ਰਿਲੇਟਿਵਸ ਦੇ ਵਿੱਚ ਵੀ ਜਿਹੜੇ ਆ ਜਾਂਦੇ ਨੇ ਉਹ ਵੀ ਤੁਹਾਨੂੰ ਸਪਾਂਸਰ ਕਰ ਸਕਦੇ ਨੇ। ਇਹਦੇ ਵਿੱਚ ਤੁਹਾਨੂੰ ਇੱਕ ਸ਼ੀਟ ਦੇ ਉੱਤੇ ਵੇਰਵਾ ਦੇਣਾ ਵੀ ਇਹ ਮੇਰੇ ਸਪਾਂਸਰਸ ਨੇ, ਇਹ ਇਹਨਾਂ ਨਾਲ ਰਿਲੇਸ਼ਨਸ਼ਿਪ ਬਣਦਾ ਹੈ, ਵੀ ਉਹਦੇ ਰਿਲੇਸ਼ਨਸ਼ਿਪ ਪ੍ਰੂਫ ਲੱਗਣਗੇ, ਪਲੱਸ ਐਫੀਡੇਵਿਟ ਲੱਗਣਗੇ ਉਹਨਾਂ ਦੀ ਤਰਫੋਂ ਵੀ ਮੇਰੇ ਇਹ ਰਿਸ਼ਤੇਦਾਰ, ਮੇਰੀ ਜੋ ਵੀ ਰਿਸ਼ਤੇਦਾਰੀ ਬਣਦੀ ਹੈ, ਵੀ ਮੇਰਾ ਭਤੀਜਾ ਹੈਗਾ ਫॉर ਐਗਜ਼ਾਮਪਲ, ਤੇ ਵੀ ਇਹ ਬਾਹਰ ਪੜ੍ਹਨਾ ਚਾਹੁੰਦੇ ਨੇ ਤੇ ਮੈਂ ਇਹਨਾਂ ਨੂੰ ਸਪਾਂਸਰ ਕਰਨ ਨੂੰ ਤਿਆਰ ਹੈਗਾ ਤੇ ਮੈਂ ਇਹਨਾਂ ਨੂੰ ਸਪਾਂਸਰ ਕਰ ਰਿਹਾ। ਉਹਨਾਂ ਦੇ ID ਪ੍ਰੂਫ ਲੱਗਣਗੇ, ਇੱਕ ਐਫੀਡੇਵਿਟ ਲੱਗੇਗਾ ਉਹਨਾਂ ਦੀ ਤਰਫੋਂ, ਪਲੱਸ ਉਹਨਾਂ ਦੇ ਜਿਵੇਂ ਡਾਕੂਮੈਂਟਸ ਲੱਗਣਗੇ, ਇਨਕਮ ਦਾ ਡਾਕੂਮੈਂਟਸ ਲੱਗਣਗੇ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਲੱਗਣਗੇ। ਇਹ ਆ ਗਏ ਵੀ ਹੁਣ ਇਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ 2 ਹੋਣ ਜਾਂ 4 ਹੋਣ, ਤੁਹਾਨੂੰ ਜ਼ਿਆਦਾ ਬੰਦੇ ਵੀ ਸਪਾਂਸਰ ਕਰ ਸਕਦੇ ਨੇ, 5 ਤੋਂ 6 ਬੰਦੇ ਵੀ ਤੁਹਾਨੂੰ ਸਪਾਂਸਰ ਕਰ ਸਕਦੇ ਨੇ ਵੀ ਠੀਕ ਹੈ। ਫੈਮਿਲੀ ਅਗਰ ਫੈਮਿਲੀ ਇਕੱਠੀ ਹੈਗੀ ਹੈ ਜਾਂ ਫਿਰ ਸਪੋਰਟ ਕਰ ਰਹੀ ਹੈ ਇੱਕ ਬੱਚੇ ਨੂੰ, ਘਰ ਦੇ ਬੱਚੇ ਨੂੰ, ਤਾਂ ਸਾਰੇ ਅਗਰ 2-2 4-4 ਲੱਖ ਰੁਪਏ ਵੀ ਕੰਟਰੀਬਿਊਟ ਕਰ ਦੇਣ ਤਾਂ ਇੱਕ ਬੱਚਾ ਆਰਾਮ ਨਾਲ ਵੀ ਬਾਹਰ ਦੀ ਕੰਟਰੀ 'ਚ ਪੜ੍ਹ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਜ਼ਿਆਦਾਤਰ ਬੱਚਿਆਂ ਨੇ 1 ਸਾਲ ਦੀ ਫੀਸ ਭਰੀ ਹੋਈ ਸੀ, GIC ਉਹਨਾਂ ਦਾ ਪੇਡ ਸੀਗਾ, ਤੇ ਹੁਣ ਰਹਿ ਕੀ ਜਾਂਦਾ ਹੈ, ਜ਼ਿਆਦਾ ਤੋਂ ਜ਼ਿਆਦਾ ਇੱਕ GIC ਰਹਿ ਗਿਆ ਤੇ ਅਗਲੇ ਸਾਲ ਦੀ ਫੀਸ, ਜੋ ਕਿ ਅਗਰ ਐਵਰੇਜ ਲਾ ਕੇ ਚੱਲੀਏ, ਅਗਰ ਵੀ 8 ਲੱਖ ਫੀਸ ਵੀ ਹੈਗੀ ਹੈ ਤੇ 6 ਲੱਖ GIC ਲਗਾ ਦਿਓ ਤੇ ਅਰਾਊਂਡ 13-14 ਲੱਖ ਰੁਪਏ ਬਣਦਾ। ਤੇ 13-14 ਲੱਖ ਰੁਪਏ ਦਾ ਇਹ ਨਹੀਂ ਹੈਗਾ ਵੀ ਤੁਸੀਂ 14 ਲੱਖ ਰੁਪਏ ਹੀ ਅਕਾਊਂਟ 'ਚ ਦਿਖਾਉਣਾ ਹੈ, ਵੀ ਅਗਲੇ ਸਾਲ ਦਾ ਤੁਹਾਡੇ ਕੋਲ ਸਾਰਾ ਕੁਝ ਹੋਣਾ ਚਾਹੀਦਾ ਹੈ, ਵੀ ਤੁਸੀਂ ਇੱਕ ਕੰਬੀਨੇਸ਼ਨ ਬਣਾ ਕੇ ਚੱਲ ਸਕਦੇ ਹੋ। ਵੀ ਕੁਝ ਪੈਸੇ ਜਿਹਨੂੰ ਮੈਂ ਕਹੂੰਗਾ ਵੀ 5-7 ਲੱਖ ਰੁਪਏ, 8 ਲੱਖ ਦੀ ਰੇਂਜ ਵਿੱਚ ਤੁਸੀਂ ਫਾਈਨੈਂਸ਼ੀਅਲ ਡਾਕੂਮੈਂਟ ਦਿਖਾ ਦਿਓ ਅਗਰ ਆਪਣੇ ਪੇਰੈਂਟਸ ਦੇ ਜਾਂ ਇਮੀਡੀਏਟ ਫੈਮਿਲੀ ਮੈਂਬਰਸ ਦੇ, ਜਿਵੇਂ ਜਿਹਦੇ ਵਿੱਚ ਪੇਰੈਂਟਸ ਆ ਗਏ, ਗ੍ਰੈਂਡ ਪੇਰੈਂਟਸ ਆ ਗਏ, ਬ੍ਰਦਰ ਸਿਸਟਰ ਆ ਗਏ, ਤੇ ਜਿਹੜੇ ਬਾਕੀ ਹੈਗੇ ਨੇ ਜਿਹੜੇ ਵੀ ਇਹ ਸਾਰਿਆਂ ਦੀ ਇਨਕਮ ਜੋ ਕਿ ਇਨਕਮ ਟੈਕਸ ਰਿਟਰਨ ਦੇ ਥਰੂ ਸ਼ੋ ਕੀਤੀ ਜਾ ਸਕਦੀ ਹੈ। ਵੀ ਅਗਰ ਫੈਮਿਲੀ 'ਚ ਅਗਰ 5 ਬੰਦੇ ਆ, ਅਗਰ ਸਾਰੇ 4-4 ਲੱਖ ਰੁਪਏ ਵੀ ਦਿਖਾ ਰਹੇ ਤਾਂ 20 ਲੱਖ ਰੁਪਏ ਇਨਕਮ ਹੋਗੀ। ਅਗਰ ਆਪਾਂ ਅੱਧਾ ਖਰਚਾ ਵੀ ਕੱਢ ਕੇ ਚੱਲੀਏ ਤਾਂ ਵੀ ਤੁਸੀਂ 10 ਲੱਖ ਰੁਪਏ ਸੇਵਿੰਗ ਤੁਹਾਡੀ ਫੈਮਿਲੀ ਦੀ ਹੋ ਜਾਂਦੀ ਹੈ, ਜੋ ਕਿ ਤੁਹਾਨੂੰ ਅਗਲੇ ਸਾਲ ਦੀ ਪੜ੍ਹਾਈ ਕਰਨ ਵਾਸਤੇ ਬਹੁਤ ਹੈਗੀ ਹੈ। ਤੇ ਇਹ ਤੁਸੀਂ 2 ਕੰਬੀਨੇਸ਼ਨ 'ਚ ਵੀ ਅਗਰ ਦਿਖਾ ਸਕਦੇ ਹੋ ਤੇ ਤਾਂ ਵੀ ਸੂਟੇਬਲ ਹੈਗਾ। ਇਸ ਤੋਂ ਇਲਾਵਾ ਅਗਰ ਤੁਹਾਡੀ ਫੈਮਿਲੀ ਦੇ ਖੁਦ ਦੇ ਫੰਡਸ, ਜਿਵੇਂ ਇਮੀਡੀਏਟ ਫੈਮਿਲੀ ਮੈਂਬਰ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਦੇ ਅਗਰ ਫੰਡਸ ਨਹੀਂ ਹੈ, ਬ੍ਰਦਰ ਸਿਸਟਰ ਦੇ ਅਕਾਊਂਟ 'ਚ ਫੰਡਸ ਨਹੀਂ ਹੈਗੇ, ਤੇ ਤੁਸੀਂ ਆਪਣੇ ਰਿਲੇਟਿਵਸ ਦੇ ਜਿਹੜੇ ਫੰਡਸ ਹੈਗੇ ਨੇ ਉਹ ਦਿਖਾ ਸਕਦੇ ਹੋ, ਪਲੱਸ ਉਹਨਾਂ ਦਾ ਸਪੋਰਟ ਲੈਟਰ ਤੇ ਇਨਕਮ ਦੇ ਡਾਕੂਮੈਂਟਸ ਨਾ ਲੱਗਣਗੇ। ਮੇਰੀ ਰਿਕਮੈਂਡੇਸ਼ਨ ਇਹੀ ਹੈ ਵੀ ਅਗਰ ਤੁਸੀਂ 5-7 ਲੱਖ ਦਾ ਮੈਂ ਮਿਨੀਮਮ ਕਹਿ ਕੇ ਚੱਲੂੰਗਾ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਇਹ 14 ਲੱਖ ਬਣਦਾ। ਵੀ ਮੈਂ ਕਹੂੰਗਾ ਹਾਇਰ ਫਿਗਰ ਤੇ ਜਾਓ, ਬੇਸ਼ੱਕ ਤੁਹਾਡੇ 2 ਜਾਂ 3 ਰਿਲੇਟਿਵ ਵੀ ਅਗਰ ਨਾ ਜੁੜ ਕੇ ਅਗਰ ਕਰ ਰਹੇ ਨੇ ਤਾਂ ਵੀ ਕੋਈ ਮਾੜੀ ਗੱਲ ਨਹੀਂ। ਤੁਹਾਡੇ ਅਗਰ ਕੋਈ ਰਿਲੇਟਿਵ ਕੈਨੇਡਾ ਵੀ ਰਹਿੰਦੇ ਨੇ ਜਾਂ ਕਿਸੇ ਹੋਰ ਕੰਟਰੀ 'ਚ ਵੀ ਰਹਿੰਦੇ ਨੇ ਤੇ ਉਹ ਤੁਸੀਂ ਉਹਨਾਂ ਦੀ ਵੀ ਸਪੋਰਟ ਲੈ ਸਕਦੇ ਹੋ, ਉਹਨਾਂ ਦੇ ਵੀ ਫਾਈਨੈਂਸ਼ੀਅਲ ਡਾਕੂਮੈਂਟਸ, ਇਨਕਮ ਡਾਕੂਮੈਂਟ ਤੇ ਸਪੋਰਟ ਦੇ ਡਾਕੂਮੈਂਟਸ ਤੁਸੀਂ ਲਗਾ ਕੇ ਆਪਣੀ ਫਾਈਲ ਨੂੰ ਸਟਰੋਂਗ ਕਰ ਸਕਦੇ ਹੋ। ਇਹਦੇ ਵਿੱਚ ਯਾਦ ਰੱਖਿਓ ਜੋ ਇਹ ਸਿਚੁਏਸ਼ਨ ਬਣੀ ਹੋਈ ਹੈ ਵੀ ਇਹ ਕੋਈ ਇੱਕ ਕੰਸਲਟੈਂਟ ਲਈ ਨਹੀਂ ਹੈਗਾ, ਇਹ ਸਾਰੇ ਕੰਸਲਟੈਂਟਸ ਵਾਸਤੇ ਹੈ। ਹੁਣ ਉਹ ਕੰਸਲਟੈਂਟ ਜਿਹੜਾ ਆਪਣੇ ਬੱਚੇ ਨੂੰ ਸਹੀ ਗਾਈਡ ਕਰੇਗਾ, ਸਹੀ ਉਹਦੀ ਹੈਲਪ ਕਰੇਗਾ, ਸਹੀ ਉਹਨੂੰ ਦੱਸੇਗਾ ਤਰੀਕੇ ਵੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਡਾਕੂਮੈਂਟੇਸ਼ਨ ਨੂੰ ਸੈੱਟ ਕਰਕੇ ਆਪਣਾ ਅਪਲਾਈ ਕਰੋ ਤੇ ਤੁਹਾਨੂੰ ਆਰਾਮ ਨਾਲ ਵੀਜ਼ਾ ਗ੍ਰਾਂਟ ਕਰਵਾ ਦੇਗਾ। ਜ਼ਿਆਦਾਤਰ ਕੰਸਲਟੈਂਟ ਵੀ ਆਪਾਂ ਕਹੀਏ ਵੀ ਉਹੀ ਲਕੀਰ ਦੇ ਫਕੀਰਾਂ ਦੀ ਗੱਲ ਕਰਦੇ ਨੇ ਵੀ ਬਸ ਫੰਡ ਹੈਗੇ ਨੇ, ਪੇਰੈਂਟਸ ਦੇ ਹੈਗੇ ਜੀ, ਨਹੀਂ ਹੈਗੇ ਤਾਂ ਨਹੀਂ ਜੀ, ਤੁਹਾਡਾ ਕੁਝ ਨਹੀਂ ਬਣ ਸਕਦਾ, ਵਿਡਰਾਅ ਕਰ ਦਿਓ ਫਾਈਲ। ਜਾਂ ਇਨਕਮ ਦੇ ਵਿੱਚ ਫਸ ਜਾਂਦੇ ਨੇ ਵੀ ਇਨਕਮ ਕਿਵੇਂ ਦਿਖਾਣੀ ਆ, ਉਹਦੇ ਵਿੱਚ ਨਹੀਂ ਉਹਨਾਂ ਨੂੰ ਸਮਝ ਆਉਂਦੀ ਹੈਗੀ। ਜਾਂ ਫਿਰ ਇਹ ਚੀਜ਼ ਦੀ ਜਿਹੜੀ ਲੈਜਿਸਲੇਸ਼ਨ ਹੁੰਦੀ ਹੈ ਜਾਂ ਜੋ ਰੂਲਸ ਹੁੰਦੇ ਜਾਂ ਫਿਰ ਲੈਟਰ ਆਉਂਦੀ ਹੈ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਇੰਟਰਪ੍ਰੇਟ ਨਹੀਂ ਕਰ ਪਾਉਂਦੇ ਕਈ ਕੰਸਲਟੈਂਟਸ, ਤੇ ਉਹਦਾ ਕਿਤੇ ਨਾ ਕਿਤੇ ਜਿਹੜੇ ਕਮੀ ਹੈਗੀ ਹੈ ਉਹ ਬੱਚੇ ਨੂੰ ਉਹਦਾ ਨੁਕਸਾਨ ਭੁਗਤਣਾ ਪੈ ਸਕਦਾ ਹੈਗਾ। ਇਸ ਕਰਕੇ ਇਹ ਜਨਰਲ ਵੀਡੀਓ ਹੈਗੇ ਹੈ,
ਸਾਰੇ ਬੱਚਿਆਂ ਵਾਸਤੇ ਬੇਸ਼ੱਕ ਸਾਡੇ ਕੋਲ ਫਾਈਲ ਲੱਗੀ ਹੈ ਜਾਂ ਕਿਸੇ ਤੋਂ ਵੀ ਤੁਹਾਡੀ ਫਾਈਲ ਲੱਗੀ ਹੈ ਤੇ ਤੁਸੀਂ ਅਗਰ ਸਾਡੀ ਕੰਪਨੀ ਦੇ ਕਿਤੇ ਵੀ ਹੈਲਪ ਲੈਣਾ ਚਾਹੀਦੇ ਜ਼ਰੂਰ ਲੈ ਸਕਦੇ ਹੋ, ਕੋਈ ਗਾਈਡੈਂਸ ਚਾਹੀਦੀ ਹੈ ਜ਼ਰੂਰ ਲੈ ਸਕਦੇ ਹੋ। ਤੇ ਇਹ ਚੀਜ਼ ਤੁਹਾਨੂੰ ਜ਼ਰੂਰ ਬੈਨੀਫਿਟ ਦੇਗੀ ਕਿਉਂਕਿ ਜ਼ਿਆਦਾਤਰ ਕੰਸਲਟੈਂਟ ਇਹ ਤਾਂ ਤੁਹਾਨੂੰ ਦੱਸ ਰਹੇ ਨੇ ਵੀ ਅਪਡੇਟਡ ਸਟੱਡੀ ਪਲਾਨ ਚਾਹੀਦਾ। ਚਲੋ ਠੀਕ ਹੈ ਜੀ, ਇਹ ਵੀ ਤੁਹਾਨੂੰ ਦੱਸਤਾ ਕਿਉਂਕਿ ਉਹ ਵੀ ਤੁਹਾਡੇ ਲੈਟਰ ਜਿਹੜੀ ਤੁਹਾਨੂੰ ਇਸ਼ੂ ਹੋਈ ਆ ਉਹਦੇ 'ਚ ਲਿਖਿਆ ਹੋਇਆ, ਇਹ ਵੀ ਦੱਸ ਦਿੰਦੇ ਨੇ ਵੀ ਤੁਹਾਨੂੰ ਸਪੋਂਸਰ ਕਿਹੜੇ ਨੇ, ਉਹਦਾ ਰਿਲੇਸ਼ਨਸ਼ਿਪ ਪ੍ਰੂਫ ਵਗੈਰਾ ਲੱਗੇਗਾ, ਇਹ ਵੀ ਦੱਸਤਾ ਤੁਹਾਨੂੰ। ਇਹ ਵੀ ਦੱਸਤਾ ਵੀ ਫੰਡ ਚਾਹੀਦੇ ਨੇ ਤੇ ਇਨਕਮ ਦੇ ਡਾਕੂਮੈਂਟ ਚਾਹੀਦੇ ਨੇ, ਇਹ ਸਾਰਾ ਕੁਝ ਦੱਸਤਾ। ਫਿਰ ਅਗਰ ਕੋਈ ਨੋਮੀਨੇਸ਼ਨ, ਅਗਰ ਕੋਈ ਤੁਸੀਂ ਮਾਈਗ੍ਰੇਸ਼ਨ ਏਜੰਟ ਦੇ ਥਰੂ ਅਪਲਾਈ ਕਰ ਰਹੇ ਹੋ ਜਾਂ ਫਿਰ ਵੀ ਕੋਈ ਵੀ ਤੁਸੀਂ XYZ ਕੰਪਨੀ ਦੇ ਥਰੂ ਅਪਲਾਈ ਕੀਤਾ ਹੈਗਾ ਤੇ ਉਹਦੀ ਵੀ ਇਨਫੋਰਮੇਸ਼ਨ ਦੇਣੀ ਇਹਦੇ ਵਿੱਚ ਜ਼ਰੂਰੀ, ਇਹ ਵੀ ਤੁਹਾਨੂੰ ਦੱਸਤਾ। ਇਹ ਸਾਰਾ ਕੁਝ ਲਿਖਿਆ ਹੋਇਆ ਇਹਦੇ ਵਿੱਚ। ਕੋਈ ਕੰਸਲਟੈਂਟ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਵੀ ਕੰਸਲਟੈਂਟ ਨੇ ਤੁਹਾਨੂੰ ਇੰਗਲਿਸ਼ ਨੂੰ ਪੰਜਾਬੀ 'ਚ ਜਾਂ ਹਿੰਦੀ 'ਚ ਬਣਾ ਕੇ ਦੱਸਤਾ, ਇਹ ਤੁਸੀਂ ਆਪ ਹੀ ਪੜ੍ਹ ਸਕਦੇ ਹੋ, ਕੋਈ ਖਾਸ ਗੱਲ ਨਹੀਂ। ਬਟ ਗੱਲ ਇਹ ਹੈ ਵੀ ਪ੍ਰੋਬਲਮ ਤਾਂ ਸਾਰਿਆਂ ਨੂੰ ਪਤਾ, ਸੋਲੂਸ਼ਨ ਕੀ ਹੈ। ਮੇਰੀ ਕੰਪਨੀ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹੈ ਤੇ ਕੁਝ ਤਬੀਅਤ ਖਰਾਬ ਹੋਣ ਦੇ ਕਾਰਨ ਮੈਂ ਤੁਹਾਡੇ ਅੱਗੇ ਵੀਡੀਓ ਬਣਾ ਕੇ ਨਹੀਂ ਆ ਸਕਿਆ ਹੈਗਾ ਕੁਝ ਇਸ਼ੂਜ਼ ਦੇ ਕਾਰਨ। ਇਸ ਕਰਕੇ ਮੈਂ ਹੁਣ ਤੁਹਾਨੂੰ ਇੱਕ ਪਲਾਨ ਦੱਸ ਰਿਹਾ ਵੀ ਕਿਹੜੇ ਡਾਕੂਮੈਂਟੇਸ਼ਨ ਤੁਸੀਂ ਲਗਾ ਕੇ ਵੀ ਤੁਸੀਂ ਆਪਣਾ ਜਿਹੜਾ ਇਹ ਤੁਹਾਨੂੰ ਰਿਕੁਐਸਟ ਲੈਟਰ ਆਈ ਹੈ ਇਹਨੂੰ ਤੁਸੀਂ ਡਾਕੂਮੈਂਟੇਸ਼ਨ ਪੂਰੇ ਕਰਕੇ ਤੇ ਤੁਸੀਂ ਆਪਣਾ ਵੀਜ਼ਾ ਸਕਸੈਸਫੁਲੀ ਲੈ ਸਕਦੇ ਹੋ। ਵੀ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ, ਬਟ ਕੰਸਲਟੈਂਟ ਨੂੰ ਇਹਦੇ 'ਤੇ ਥੋੜ੍ਹਾ ਜਿਹਾ ਧਿਆਨ ਦੇਣਾ ਪਏਗਾ, ਮਿਹਨਤ ਕਰਨੀ ਪਏਗੀ ਤੇ ਬੱਚੇ ਦੀ ਫਾਈਲ 'ਤੇ ਬੈਠਣਾ ਪਏਗਾ। ਇਹ ਨਹੀਂ ਹੈਗਾ ਵੀ ਇੱਕ ਬੱਚੇ ਦੇ ਸਿਰ ਤੋਂ ਲਓ ਜੀ ਇਹ ਡਾਕੂਮੈਂਟੇਸ਼ਨ ਚਾਹੀਦੀ ਲਿਆਓ ਤੇ ਅਸੀਂ ਅਪਲੋਡ ਕਰ ਦਾਂਗੇ ਵੀ ਸਾਨੂੰ ਤਾਂ ਕੁਝ ਨਹੀਂ ਪਤਾ ਕੀ ਕਰਨਾ। ਦੇਖੋ ਕੰਸਲਟੈਂਟ ਦਾ ਫਰਜ਼ ਬਣਦਾ ਹੈ ਬੱਚੇ ਨੂੰ ਇਸ ਪ੍ਰੋਬਲਮ 'ਚੋਂ ਕੱਢਣਾ। ਨਹੀਂ ਤਾਂ ਅਗਰ ਬੱਚੇ ਦਾ ਰਿਜੈਕਟ ਹੋ ਜਾਂਦਾ ਕੇਸ ਤੇ ਇਹ ਜਿਹੜੀ ਰਿਜੈਕਸ਼ਨ ਆਏਗੀ ਇਹ ਆਏਗੀ ਉਸ ਬੇਸਿਸ 'ਤੇ ਵੀ ਤੁਸੀਂ ਵਾਪਸ ਨਹੀਂ ਆਓਗੇ ਜਾਂ ਤੁਸੀਂ ਲਾਈਕ ਤੁਸੀਂ ਜਿਹੜੇ ਉੱਥੇ ਰਹਿ ਜਾਓਗੇ ਆ ਕੇ, ਜਾਂ ਫਿਰ ਇਹ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਕਾਰਨ ਰਿਜੈਕਸ਼ਨ ਆਏਗੀ ਤੇ ਜਿਹਦੇ ਵਿੱਚ ਅਗਲੀ ਵਾਰੀ ਵੀ ਵੀਜ਼ਾ ਦੇਣਾ ਤੁਹਾਡੇ ਲਈ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਇਹ ਜਨਰਲ ਉਹ ਗਰਾਊਂਡਸ ਨਹੀਂ ਹੈਗੇ ਵੀ ਤੁਸੀਂ ਇੰਗਲਿਸ਼ ਤੇ ਤੁਹਾਡੀ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ ਜਾਂ ਕੋਰਸ ਰੈਲੇਵੈਂਸੀ ਨਹੀਂ ਮੀਟ ਕਰ ਰਹੇ। ਇਹਦੇ ਵਿੱਚ ਟੈਕਨੀਕਲ ਰਿਕੁਆਇਰਮੈਂਟ ਆ ਜਾਏਗੀ ਵੀ ਤੁਸੀਂ ਪੜ੍ਹਨ ਦੇ ਵਾਸਤੇ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੈਗਾ। ਇਹ ਸਾਰਾ ਦਾ ਸਾਰਾ ਜੋ ਪ੍ਰੋਜੈਕਟ ਹੈਗਾ ਇਹ ਦੋ ਚੀਜ਼ਾਂ ਦੇ ਬੇਸ ਹੈ ਵੀ ਇੱਕ ਤਾਂ ਪਿਛਲੀ ਫਾਈਲ ਲੱਗਣ ਤੋਂ ਬਾਅਦ ਤੁਸੀਂ ਕੀ ਕੀਤਾ ਤੇ ਦੂਸਰੀ ਗੱਲ ਤੇ ਤੁਹਾਡੀ ਫਾਈਨੈਂਸ਼ੀਅਲ ਸਟੇਟਸ ਕੀ ਹੈ ਤੁਹਾਡਾ ਤੇ ਤੁਹਾਡੇ ਸਪੋਂਸਰ ਦਾ, ਫੈਮਿਲੀ ਮੈਂਬਰ ਜਾਂ ਸਪੋਂਸਰਸ ਦਾ। ਇਹਦੇ ਵਿੱਚ ਜੇ ਤੁਸੀਂ ਇੱਕ ਵਾਰੀ ਰਿਜੈਕਟ ਕਰਾ ਲਿਆ ਦੁਬਾਰਾ ਵੀਜ਼ਾ ਦੇਣਾ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਧਿਆਨ ਨਾਲ ਲਗਾਓ। ਬੇਸ਼ੱਕ ਤੁਹਾਡੇ ਪੇਰੈਂਟਸ ਦੇ ਹੁਣ ਇੱਕ ਬਹੁਤ ਵੱਡਾ ਕੁਐਸਚਨ ਜਿਹੜਾ ਹੈਗਾ ਵੀ ਇੱਕ ਬਹੁਤ ਆਮ ਗੱਲ ਹੈਗੀ ਹੈ ਜਿੱਥੇ ਹਰ ਇੱਕ ਬੱਚਾ ਫਸਦਾ ਹੈ ਤੇ ਹਰ ਇੱਕ ਕੰਸਲਟੈਂਟ ਫਸਦਾ ਹੈ ਵੀ ਫੰਡਸ ਜਿਹੜੇ ਹੈਗੇ ਨੇ 6 ਮਹੀਨੇ ਪੁਰਾਣੀ ਸਟੇਟਮੈਂਟ ਚਾਹੀਦੀ ਹੈ ਜਾਂ ਫਿਰ ਜੋ ਵੀ ਲਾਈਕ ਹੁਣ ਵੀ ਆਪਾਂ ਨੂੰ ਫਾਈਨੈਂਸ਼ੀਅਲ ਡਾਕੂਮੈਂਟ ਦੇ ਜਿਹੜੇ ਦਿਖਾਣੇ ਹੈ ਵੀ ਉਹ ਕਿੱਥੋਂ ਲੈ ਕੇ ਆਈਏ ਵੀ ਸਾਡੇ ਕੋਲ ਤਾਂ ਅਕਾਊਂਟ 'ਚ ਪੈਸੇ ਨਹੀਂ ਹੈਗੇ, ਵੀ ਪੇਰੈਂਟਸ ਦੇ ਅਕਾਊਂਟ 'ਚ ਨਹੀਂ ਹੈਗੇ, ਗ੍ਰੈਂਡ ਪੇਰੈਂਟਸ ਦੇ ਅਕਾਊਂਟ 'ਚ ਹੈ, ਬ੍ਰਦਰ ਸਿਸਟਰ ਦੇ ਅਕਾਊਂਟ 'ਚ। ਹੁਣ ਉਹਦਾ ਕੋਈ ਸੋਲੂਸ਼ਨ ਹੈਗਾ? ਬਿਲਕੁਲ ਹੈਗਾ ਜੀ ਸੋਲੂਸ਼ਨ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਇਹਦੇ ਵਾਸਤੇ ਮੈਂ ਜ਼ਰੂਰ ਵੀਡੀਓ 'ਤੇ ਨਹੀਂ ਬੋਲਣਾ ਚਾਹੂੰਗਾ ਕਿਉਂਕਿ ਕੁਝ ਚੀਜ਼ਾਂ ਵੀਡੀਓ 'ਤੇ ਬੋਲਣ ਵਾਲੀਆਂ ਨਹੀਂ ਹੁੰਦੀਆਂ। ਸਾਡੀ ਕੰਪਨੀ ਨੂੰ ਕੰਟੈਕਟ ਕਰੋ, ਅਸੀਂ ਜ਼ਰੂਰ ਤੁਹਾਨੂੰ ਹੈਲਪ ਕਰਾਂਗੇ, ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ ਕਿਹੜੇ ਡਾਕੂਮੈਂਟੇਸ਼ਨ ਨਾਲ ਕਿਸ ਤਰੀਕੇ ਨਾਲ ਕੇਸ ਨੂੰ ਟਵਿਸਟ ਕਰਕੇ ਤੇ ਲੀਗਲੀ ਤੇ ਸਹੀ ਤਰੀਕੇ ਦੇ ਨਾਲ ਤੇ ਜੈਨੂਨ ਤਰੀਕੇ ਦੇ ਨਾਲ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਦਿਖਾ ਸਕਦੇ ਹੋ ਜਿਹਦੇ ਵਿੱਚ ਫੰਡਸ ਜਿਹੜੇ ਪੁਰਾਣੇ ਵੀ ਰਹਿਣਗੇ ਤੇ ਨਾਲੇ ਤੁਹਾਡੇ ਫੰਡਸ ਵੀ ਐਜ਼ ਇਟ ਇਜ਼ ਸ਼ੋ ਕੀਤੇ ਜਾ ਸਕਦੇ ਨੇ। ਇਨਕਮ ਦੇ ਡਾਕੂਮੈਂਟਸ ਦੀ ਕੋਈ ਘਬਰਾਉਣ ਦੀ ਲੋੜ ਨਹੀਂ। ਇਨਕਮ ਦੇ ਡਾਕੂਮੈਂਟਸ ਤੁਸੀਂ ਆਰਾਮ ਨਾਲ ਆਪਣਾ ਤਿਆਰ ਕਰਵਾ ਸਕਦੇ ਹੋ, ਉਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਤੇ ਉਹਦੇ ਵਾਸਤੇ ਵੀ ਕੋਈ ਘਬਰਾਓ ਨਾ। ਤੁਸੀਂ ਸਪੋਂਸਰਸ਼ਿਪ ਦਿਖਾਣੀ ਹੈ ਉਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਵੀ ਤੁਹਾਡੇ ਰਿਸ਼ਤੇਦਾਰ ਅਗਰ ਸਪੋਂਸਰ ਕਰ ਰਹੇ ਨੇ। ਇਹਦੇ ਵਿੱਚ ਇਹ ਵੀ ਨਹੀਂ ਹੈਗਾ ਵੀ ਤੁਹਾਡੇ ਪੇਰੈਂਟਸ ਤੱਕ ਹੀ ਸੀਮਿਤ ਹੋ, ਤੁਸੀਂ ਰਿਸ਼ਤੇਦਾਰਾਂ ਤੱਕ ਅੱਗੇ ਤੱਕ ਜਾਓ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਉਹਦੇ ਵਿੱਚ ਵੀ ਉਹਨਾਂ ਦੇ ਐਫੀਡੇਵਿਟ ਲੱਗਣਗੇ। ਐਫੀਡੇਵਿਟ ਇੱਕ ਲੀਗਲ ਸਪੋਰਟ ਲੈਟਰ ਹੋ ਜਾਂਦਾ ਬੱਚੇ ਵਾਸਤੇ ਵੀ ਬਾਕੀ ਜਿਹੜਾ ਰਿਸ਼ਤੇਦਾਰ ਹੈਗੇ ਨੇ ਉਹਨਾਂ ਦੇ ਫੰਡਸ ਦਿਖਾਤੇ, ਉਹਨਾਂ ਦੇ ਇਨਕਮ ਦਿਖਾਤੇ, ਨਾਲ ਇੱਕ ਐਫੀਡੇਵਿਟ ਆਫ ਸਪੋਰਟ ਲੱਗ ਗਿਆ ਵੀ ਇਹ ਬੱਚੇ ਨੂੰ ਮੇਰਾ ਰਿਸ਼ਤੇਦਾਰ ਹੈਗਾ ਜੋ ਕਿ ਮੈਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਤਿਆਰ ਹੈ, ਮੇਰੇ ਕੋਲ ਫੰਡਿੰਗ ਵੀ ਹੈਗੀ ਹੈ ਤੇ ਮੇਰੇ ਕੋਲ ਇਨਕਮ ਵੀ ਹੈਗੀ ਹੈ। ਇੱਕ ਇਹ ਨਾ ਸੋਚੋ ਵੀ ਬੇਗਾਨਾ ਹੈਗਾ ਤਾਂ ਕੋਈ ਵੀ ਐਂ ਕਰਕੇ, ਲੇਕਿਨ ਕੁਝ ਤੁਸੀਂ ਉਹਨਾਂ ਨੂੰ ਵੀ ਅਗਰ ਯੂਜ਼ ਕਰਨਾ 50% ਤੁਸੀਂ ਘਰ ਦੇ ਦਿਖਾਤੇ ਜਾਂ 50% ਤੁਸੀਂ ਆਪਦੇ ਰਿਲੇਟਿਵ ਦੇ ਦਿਖਾਤੇ, ਉਹ ਟੋਟਲੀ ਅਸੈਪਟੇਬਲ ਹੈ, ਉਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ। ਇਸ ਕਰਕੇ ਇਹ ਲੈਟਰ ਨੂੰ ਦੇਖ ਕੇ ਘਬਰਾਓ ਨਾ। SOP ਵੀ ਤੁਹਾਡੇ ਕੰਸਲਟੈਂਟ ਦਾ ਕੰਮ ਹੈਗਾ ਉਹਨੂੰ ਕਿਸ ਤਰੀਕੇ ਨਾਲ ਤੁਹਾਨੂੰ ਲਿਖਵਾਉਣਾ, ਕੀ ਗਾਈਡ ਕਰਨਾ, ਕੀ ਲਿਖਣਾ ਚਾਹੀਦਾ ਤੇ ਕੀ ਨਹੀਂ ਲਿਖਣਾ ਚਾਹੀਦਾ, ਸਾਰੀਆਂ ਚੀਜ਼ਾਂ ਜ਼ਰੂਰੀ ਹੈਗੀਆਂ। ਫਿਰ ਜੇ ਸਪੋਂਸਰ ਦੀ ਭਾਲ ਕਰਨੀ ਤੇ ਉਹਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ, ਉਹ ਵੀ ਸਾਰੀਆਂ ਚੀਜ਼ਾਂ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ, ਉਹ ਵੀ ਆਰਾਮ ਨਾਲ ਹੋ ਸਕਦੀਆਂ। ਇਨਕਮ ਦੇ ਡਾਕੂਮੈਂਟਸ ਤੁਹਾਡੇ ਤਿਆਰ ਕਰਨੇ ਉਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਉਹ ਵੀ ਤੁਸੀਂ ਆਰਾਮ ਨਾਲ ਕਰਵਾ ਸਕਦੇ ਹੋ। ਬਟ ਸਾਰੀ ਗੱਲ ਗਾਈਡੈਂਸ ਆ ਗਈ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਵੀ ਕੋਈ ਮੈਟਰ ਨਹੀਂ ਹੈਗਾ ਵੀ ਫੰਡਸ ਵਗੈਰਾ ਜਿਹੜੇ ਮੰਗੇ ਗਏ ਨੇ। ਵੀ ਜਿਹੜੇ ਕੰਸਲਟੈਂਟ ਵੀ ਦਿਮਾਗ ਰੱਖਦੇ ਨੇ ਜਾਂ ਫਿਰ ਵਧੀਆ ਲੈਜਿਸਲੇਸ਼ਨ ਤੇ ਲਾਅ ਦੀ ਨੌਲੇਜ ਰੱਖਦੇ ਨੇ ਤੁਹਾਨੂੰ ਜ਼ਰੂਰ ਆਰਾਮ ਨਾਲ ਹੈਲਪ ਕਰ ਦੇਣਗੇ, ਬਾਕੀ ਤੁਹਾਨੂੰ ਕਿਤੇ ਨਾ ਕਿਤੇ ਉਲਝਾਣਗੇ। ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈਗਾ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਵੀ GC ਕੀ ਜਿਹੜੀ ਕਿ ਇੱਕ ਫਾਈਲ ਨੰਬਰ ਤੇ ਆਪਾਂ ਲੌਗਇਨ ਡਿਟੇਲਸ ਕਹਿ ਦਿੰਦੇ ਆਪਾਂ, ਉਹ ਜਿਹੜੀਆਂ ਹੈਗੀਆਂ ਤੁਹਾਡੇ ਪੁਰਾਣੇ ਕੰਸਲਟੈਂਟ ਕੋਲ ਹੀ ਹੋਏਗਾ। ਜ਼ਿਆਦਾਤਰ ਉਹ ਕੰਸਲਟੈਂਟ ਨਹੀਂ ਦਿੰਦੇ ਬੱਚੇ ਨੂੰ। ਤੇ ਵੀ ਅਗਰ ਤੁਸੀਂ ਅੱਗੇ ਆਪਦੀ ਫਾਈਲ ਨੂੰ ਸਾਡੀ
ਸਾਡੀ ਕੰਪਨੀ ਦੇ ਥਰੂ ਅਗਰ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਵੀ ਉਹਦੇ ਵਿੱਚ ਅਸੀਂ ਐਜ਼ ਅ ਕੰਸਲਟੈਂਟ ਐਜ਼ ਅ ਏਜੰਟ ਨਹੀਂ ਚੇਂਜ ਹੋ ਸਕਦੇ ਕਾਲਜ ਜਾਂ ਯੂਨੀਵਰਸਿਟੀ 'ਚ, ਉਹੀ ਰਹੇਗਾ ਪੁਰਾਣਾ ਕੰਸਲਟੈਂਟ। ਬਟ ਅਗਰ ਤੁਹਾਡਾ ਕੰਸਲਟੈਂਟ ਤੁਹਾਨੂੰ ਹੈਲਪ ਨਹੀਂ ਕਰ ਪਾ ਰਿਹਾ ਜਾਂ ਉਹ ਤੁਹਾਨੂੰ ਨਹੀਂ ਅਪਰੋਚੇਬਲ ਨਹੀਂ ਹੈਗੇ ਜਾਂ ਤੁਸੀਂ ਉਹਨਾਂ ਨੂੰ ਕੰਟੈਕਟ ਨਹੀਂ ਕਰ ਪਾ ਰਹੇ ਜਾਂ ਕੋਈ ਵੀ ਇਸ਼ੂਜ਼ ਹੈਗਾ ਜਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਤੁਹਾਡੀ ਫਾਈਲਸ ਵਾਸਤੇ, ਤੁਸੀਂ ਆਪਣੀ ਡਿਟੇਲਸ ਲੌਗਇਨ ਡਿਟੇਲਸ ਲੈ ਕੇ ਸਾਡੀ ਕੰਪਨੀ ਨੂੰ ਵਿਜ਼ਿਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਅਗਲੇ ਡਾਕੂਮੈਂਟੇਸ਼ਨ ਵਾਸਤੇ ਜ਼ਰੂਰ ਹੈਲਪ ਕਰ ਸਕਦੇ ਹਾਂ। ਬਾਕੀ ਜਿਹੜਾ ਆਖਰੀ ਜਿਹੜਾ ਰਹਿ ਗਿਆ ਵੀ ਨੋਮੀਨੇਸ਼ਨ ਲਗਾ ਦਿਓ ਵੀ ਅਗਰ ਤੁਸੀਂ ਕੋਈ ਏਜੰਟ ਦੇ ਥਰੂ ਅਪਲਾਈ ਕੀਤਾ ਹੈ ਜਾਂ ਡਾਇਰੈਕਟ ਕੀਤਾ ਹੈ ਜਾਂ ਫਿਰ ਵੀ ਅਗਰ ਕੋਈ ਤੁਸੀਂ ਕੋਈ ਏਜੰਟ ਦੇ ਥਰੂ ਹਾਇਰ ਕੀਤਾ ਹੋਇਆ, ਬੇਸ਼ੱਕ ਫਾਈਲ ਤੁਹਾਡੇ ਡਾਇਰੈਕਟ ਨਾਮ ਤੇ ਲੱਗੀ ਆ ਉਹ ਕੋਈ ਫਰਕ ਨਹੀਂ ਪੈਂਦਾ ਹੈਗਾ, ਬਟ ਅਗਰ ਏਜੰਟ ਤੁਸੀਂ ਕੋਈ ਨੋਮੀਨੇਟ ਕੀਤਾ ਹੋਇਆ ਅਗਰ ਉਹਦੇ ਥਰੂ ਤੁਸੀਂ ਕੰਮ ਕਰਵਾ ਰਹੇ ਹੋ, ਬੇਸ਼ੱਕ ਫਾਈਲ ਡਾਇਰੈਕਟ ਲੱਗੀ ਆ ਜਾਂ ਉਹਦੀ ਕੰਪਨੀ ਥਰੂ ਜਾਂ ਏਜੰਟ ਦੇ ਥਰੂ ਲੱਗੀ ਆ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਗਰ ਤੁਸੀਂ ਕਿਸੇ ਵੀ ਏਜੰਟ ਦੀ ਸਰਵਿਸਿਜ਼ ਅਵੇਲ ਕਰ ਰਹੇ ਹੋ ਤੇ ਉਹਦੇ ਵਾਸਤੇ ਇੱਕ ਫਾਰਮ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਹੈ ਤੇ ਉਹਨੂੰ ਤੁਸੀਂ ਕੰਪਲੀਟ ਕਰਕੇ ਅਪਲੋਡ ਕਰਨਾ ਹੈ ਤਾਂ ਕਿ ਇਮੀਗ੍ਰੇਸ਼ਨ ਨੂੰ ਪਤਾ ਲੱਗੇ ਵੀ ਤੁਸੀਂ ਡਾਇਰੈਕਟ ਫਾਈਲ ਲਗਾਈ ਹੈ ਜਾਂ ਕਿਸੇ ਏਜੰਟ ਦੇ ਥਰੂ ਲਗਾਈ ਹੈ। ਬੇਸ਼ੱਕ ਤੁਸੀਂ ਆਪਣੀ ਆਈਡੀ ਤੋਂ ਆਪਣੀ ਈਮੇਲ ਆਈਡੀ ਤੋਂ ਲਗਾਈ ਹੈ ਜਾਂ ਤੁਹਾਡੇ ਕੰਸਲਟੈਂਟ ਨੇ ਤੁਹਾਡੀ ਈਮੇਲ ਆਈਡੀ ਬਣਾ ਕੇ ਲਗਾਈ ਹੈ ਜਾਂ ਉਹਨੇ ਆਪਣੀ ਕੰਪਨੀ ਨਾਮ ਤੇ ਫਾਈਲ ਲਗਾਈ ਹੈ, ਵੀ ਤੁਹਾਨੂੰ ਇੱਕ ਅਪਡੇਟ ਕਰਨਾ ਜ਼ਰੂਰੀ ਹੈ ਵੀ ਤੁਸੀਂ ਕਿਸੇ ਏਜੰਟ ਦੀ ਸਰਵਿਸ ਅਵੇਲ ਕਰ ਰਹੇ ਹੋ ਕਿ ਨਹੀਂ ਕਰ ਰਹੇ। ਇਹ ਸਾਰੀ ਚੀਜ਼ਾਂ ਲਾਈਕ ਥੋੜੀ ਜਿਹੀ ਡਿਟੇਲਡ ਹੈਗੀਆਂ, ਠੀਕ ਹੈ, ਥੋੜਾ ਜਿਹਾ ਅਜੀਬ ਜੀ ਗੱਲਾਂ ਹੋਈਆਂ ਵੀ ਇਸ ਚੀਜ਼ਾਂ ਨਹੀਂ ਹੋਣ ਵਾਲੀਆਂ ਸੀਗੀਆਂ ਜਾਂ ਫਿਰ ਐਕਸਪੈਕਟਡ ਨਹੀਂ ਸੀ, ਖਾਸ ਕਰ ਉਹ ਬੱਚਿਆਂ ਨੂੰ ਜਿਨ੍ਹਾਂ ਨੇ AIPs ਆਲਰੇਡੀ ਆ ਚੁੱਕੇ ਸੀਗੇ ਤੇ ਉਹ ਵਿਚਾਰੇ ਜ਼ਰੂਰ ਫਸ ਚੁੱਕੇ ਨੇ ਬੜੀ ਬੁਰੀ ਤਰ੍ਹਾਂ ਵੀ ਇਹ ਅਪਰੂਵਲ ਵੀ ਆ ਗਿਆ ਉਹਨਾਂ ਦਾ। ਅਪਰੂਵਲ ਦੇ ਵਿੱਚ ਜਿਹੜਾ ਸੀਗਾ ਬਾਇਓਮੈਟ੍ਰਿਕਸ ਦੀ ਕੰਡੀਸ਼ਨ ਸੀ, ਹੈਲਥ ਦੀ ਤੇ PCC ਦੇ ਸੀਗੇ ਤੇ ਉਹ ਤਿੰਨ ਚੀਜ਼ਾਂ ਜਦੋਂ ਬੱਚਾ ਪੂਰਾ ਕਰ ਵੀ ਚੁੱਕਿਆ ਸੀਗਾ ਆਲਮੋਸਟ ਤੇ ਉਸ ਤੋਂ ਬਾਅਦ ਫਿਰ ਨਵੀਆਂ ਕੰਡੀਸ਼ਨਾਂ ਤਿੰਨ ਜੋੜ ਦਿੱਤੀਆਂ ਗਈਆਂ ਤੇ ਇਹ ਚੀਜ਼ ਵਾਸਤੇ ਜ਼ਰੂਰ ਮੈਂ ਕਹੂੰਗਾ ਵੀ ਥੋੜੀ ਜੀ ਉਹਨਾਂ ਨਾਲ ਜ਼ਰੂਰ ਧੱਕਾ ਹੈਗਾ ਇਸ ਚੀਜ਼ ਦਾ। ਬਟ ਜਿਨ੍ਹਾਂ ਨੇ ਫਾਈਲ ਲਗਾਈ ਹੋਈ ਸੀ ਤੇ ਵੇਟ ਕਰ ਰਹੇ ਸੀ ਡਿਸੀਜਨ ਦਾ, ਉਹਨਾਂ ਦੀ ਇਹ ਇੱਕ ਧੱਕਾ ਤਾਂ ਨਹੀਂ ਕਹਿ ਸਕਦੇ ਬਟ ਫਿਰ ਵੀ ਇੱਕ ਐਡੀਸ਼ਨਲ ਡਾਕੂਮੈਂਟ ਮੰਗੀ ਗਈ ਹੈ ਜੋ ਕਿ ਅਨਐਕਸਪੈਕਟਡ ਸੀਗੀ। ਤੇ ਮੈਂ ਇਹ ਜ਼ਰੂਰ ਕਹੂੰਗਾ ਵੀ ਜਿਹੜੇ ਕੰਪਨੀਆਂ ਇਹ ਸਾਰੀਆਂ ਚੀਜ਼ਾਂ ਦਾ ਪਹਿਲਾਂ ਹੀ ਪਲੈਨਿੰਗ ਬਣਾ ਕੇ ਚੱਲਦੀਆਂ, ਕਿਉਂਕਿ ਮੈਂ ਪਹਿਲਾਂ ਸ਼ੁਰੂ ਤੋਂ ਕਹਿੰਦਾ ਆਨੇ ਕੋਰਸ ਰੈਲੇਵੈਂਸੀ ਕੋਰਸ ਪ੍ਰੋਗਰੈਸ਼ਨ 'ਚ ਹੋਣਾ ਚਾਹੀਦਾ, ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟ ਸਟਰੋਂਗ ਹੋਣੇ ਚਾਹੀਦੇ ਨੇ ਵੀ ਘੱਟੋ ਘੱਟ 10 ਤੋਂ 15 ਲੱਖ ਰੁਪਏ ਤੁਸੀਂ ਇਨਕਮ ਦਿਖਾ ਕੇ ਚੱਲੋ, ਤੁਸੀਂ ਘੱਟੋ ਘੱਟ 5 ਤੋਂ 10 ਲੱਖ ਰੁਪਏ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਨਾਲ ਫੰਡਸ ਵਗੈਰਾ ਦਿਖਾ ਕੇ ਚੱਲੋ, SOP ਵਧੀਆ ਦਿਖਾ ਕੇ ਚੱਲੋ ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਦਿਖਾ ਕੇ ਚੱਲਦੇ ਹੋ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਤੇ ਇਹੀ ਚੀਜ਼ਾਂ ਹੁਣ ਇਹਨਾਂ ਨੇ ਮੰਗਦੀਆਂ, ਤਿੰਨ ਚੀਜ਼ਾਂ ਮੰਗਦੀਆਂ। ਹੋ ਸਕਦਾ ਆਉਣ ਵਾਲੇ ਟਾਈਮ 'ਚ ਇਹ ਵੀ ਹੋ ਜੇ ਵੀ ਟ੍ਰੈਂਡ ਕ੍ਰੀਏਟ ਹੋ ਜੇ ਵੀ ਆਉਣ ਵਾਲੇ ਸਾਰੀਆਂ ਫਾਈਲਾਂ 'ਚ ਇਹ ਸਾਰਾ ਕੁਝ ਮੰਗਣਾ ਸ਼ੁਰੂ ਕਰ ਦੇਣ ਵੀ ਇੱਕ ਵਾਰੀ ਫਾਈਲ ਬੱਚੇ ਨੇ ਤਾਂ ਆਪਣੀ ਮਰਜ਼ੀ ਨਾਲ ਜੋ ਵੀ ਉਹਨੂੰ ਸਮਝ ਆਇਆ ਉਹਨੇ ਜਾਂ ਕੰਸਲਟੈਂਟ ਨੂੰ ਸਮਝ ਆਇਆ ਉਹਨੇ ਫਾਈਲ ਲਗਾਤੀ ਤੇ ਜਦੋਂ ਵੀਜ਼ਾ ਦਾ ਟਾਈਮ ਆਇਆ ਤੇ ਅਗਰ ਇਮੀਗ੍ਰੇਸ਼ਨ ਨੇ ਸਾਰਾ ਕੁਝ ਮੰਗ ਲਿਆ ਤੇ ਉੱਥੇ ਬੱਚਾ ਫਸ ਗਿਆ ਤੇ ਜਿਹੜੇ ਕੰਪਨੀ ਨੇ ਜਾਂ ਜਿਹੜੇ ਕੰਸਲਟੈਂਟ ਨੇ ਸਾਰੀਆਂ ਚੀਜ਼ਾਂ ਪਹਿਲਾਂ ਹੀ ਲਗਾ ਕੇ ਫਾਈਲ ਲਗਾਈ ਸੀਗੀ ਉਹ ਬਚ ਜਾਂਦੇ ਨੇ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਹੁਣ ਸਾਡੇ ਬੱਚਿਆਂ ਦੇ ਜ਼ਿਆਦਾਤਰ ਦੇ ਬੱਚਿਆਂ ਦੇ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਹੈ। ਹਾਂ ਕੁਝ ਐਡੀਸ਼ਨਲ ਚਾਹੀਦਾ ਸੀ ਜ਼ਰੂਰ, ਅਪਡੇਟਡ ਸਟੇਟਮੈਂਟ ਆਫ ਪਰਪਸ ਜਿਹਨੂੰ ਕਹਿੰਦੇ ਨੇ ਵੀ ਸਟੱਡੀ ਪਲਾਨ ਦੇਣਾ, ਉਹ ਸਾਡੇ ਦੀ ਕੋਈ ਵੱਡੀ ਗੱਲ ਨਹੀਂ ਕਿ ਪੈਰਾਗ੍ਰਾਫ ਦਾ ਕੰਮ ਹੈ ਸਾਰਾ, ਕੋਈ ਖਾਸ ਗੱਲ ਨਹੀਂ ਹੈਗੀ। ਬਾਕੀ ਸਾਰੀਆਂ ਚੀਜ਼ਾਂ ਸਾਡੀਆਂ ਬੱਚਿਆਂ ਦੀਆਂ ਦਿੱਤੀਆਂ ਹੋਈਆਂ, ਇਨਕਮ ਦਿੱਤੀ ਹੋਈ ਹੈ, ਫਾਈਨੈਂਸ਼ੀਅਲ ਡਾਕੂਮੈਂਟ ਦਿੱਤੇ ਨੇ, ਅਸੀਂ ਅਪਡੇਟ ਕਰਕੇ ਜਿਵੇਂ ਬੈਂਕ ਸਟੇਟਮੈਂਟ ਹੈ ਜੀ, ਹੁਣ ਚਲੋ ਹੋਰ ਪੈਸੇ ਪੈ ਗਏ ਜਾਂ ਘਟ ਗਏ ਮਾੜੇ ਮੋਟੇ ਕੋਈ ਫਰਕ ਨਹੀਂ ਪੈਂਦਾ ਹੈਗਾ, ਉਹਦੀ ਅਪਡੇਟ ਦੇਣੀ ਹੈ। ਇਨਕਮ ਟੈਕਸ ਰਿਟਰਨ ਹੈ ਪਿਛਲੇ ਸਾਲ ਦੀ ਲੱਗੀ ਸੀ, ਨਵੀਂ ਇਨਕਮ ਟੈਕਸ ਰਿਟਰਨ ਦੇਣੀ ਹੈ ਤੇ SOP ਚੇਂਜ ਕਰਕੇ ਕਿ ਪੈਰਾਗ੍ਰਾਫ ਦਾ ਕੰਮ ਹੈ, ਯਾਨੀ ਕਿ ਟੋਟਲ ਸਾਡਾ ਮੈਕਸਿਮਮ 1 ਘੰਟੇ ਦਾ ਵੱਧ ਕੰਮ ਨਹੀਂ ਹੈਗਾ ਜਿਹੜੇ ਐਗਜ਼ਿਸਟਿੰਗ ਸਾਡੇ ਸਟੂਡੈਂਟਸ ਨੇ। ਬਟ ਜਿਹੜੇ ਬੱਚਿਆਂ ਨੇ ਬਾਹਰੋਂ ਫਾਈਲਾਂ ਲਗਾਈਆਂ ਹੋਈਆਂ ਤੇ ਕਿਤੇ ਨਾ ਕਿਤੇ ਫਸ ਗਏ, ਜ਼ਰੂਰ ਤੁਸੀਂ ਆਪਦੇ ਕੰਸਲਟੈਂਟ ਨੂੰ ਵਿਜ਼ਿਟ ਕਰੋ ਤੇ ਉਹਨਾਂ ਨੂੰ ਇਹ ਪੁਸ਼ ਕਰੋ ਵੀ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ, ਇਹਦੇ 'ਚ ਨਿਰਾਸ਼ ਹੋਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਆਪਦੀ ਫਾਈਲ ਵਿਡਰਾਅ ਕਰਨ ਦੀ ਲੋੜ ਨਹੀਂ, ਕੋਈ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਇਹਨਾਂ ਸੋਚੋ ਵੀ ਕਾਲਜ ਮਾੜਾ ਹੈ ਜਾਂ ਕੋਈ ਹੋਰ ਇਸ਼ੂਜ਼ ਨੇ, ਕੋਈ ਦਿੱਕਤ ਨਹੀਂ ਹੈਗੀ, ਤੁਹਾਡੇ ਡਿਸੀਜਨ ਆ ਜਾਣਗੇ, ਕੋਈ ਘਬਰਾਓ ਨਾ। ਬਟ ਜਲਦੀ ਤੋਂ ਜਲਦੀ ਇਹ ਡਾਕੂਮੈਂਟੇਸ਼ਨ ਆਪਦੇ ਪ੍ਰੋਵਾਈਡ ਕਰੋ ਇਮੀਗ੍ਰੇਸ਼ਨ ਨੂੰ ਵੀ, ਜਿੰਨੀ ਜਲਦੀ ਤੁਸੀਂ ਪ੍ਰੋਵਾਈਡ ਕਰੋਗੇ ਕਿਉਂਕਿ ਸਾਰਿਆਂ ਨੂੰ ਲੈਟਰ ਇੱਕ ਵਾਰੀ ਇਕੱਠੀ ਆਈ ਹੈ। ਇਹ ਜ਼ਿਆਦਾਤਰ ਆਪਾਂ 1 ਜਾਂ 2 ਦਿਨਾਂ ਦੇ ਵਿੱਚ ਸਭ ਨੂੰ ਲੈਟਰ ਆ ਚੁੱਕੀ ਹੈ ਤੇ ਜਿਨ੍ਹਾਂ ਨੇ ਆਪਣੇ ਅਪਲੋਡ ਜਲਦੀ ਡਾਕੂਮੈਂਟਸ ਕਰਤੇ ਉਹਨਾਂ ਦੇ ਡਿਸੀਜਨ ਪਹਿਲੇ ਆਣਗੇ ਤੇ ਜਿਹੜੇ ਡਿਲੇ ਕਰੀ ਜਾਣਗੇ ਵੀ ਸਮਝ ਲਓ ਵੀ 1 ਦਿਨ 'ਚ ਘੱਟੋ ਘੱਟ ਨਹੀਂ ਤਾਂ 3-3 4-4 ਬੱਚਿਆਂ ਨੇ ਅਪਡੇਟ ਕਰਨੇ ਆਪਣੀ ਡਾਕੂਮੈਂਟਸ ਤੇ ਜਿਨ੍ਹਾਂ ਦੇ ਲੇਟ ਹੋਣਗੇ ਡਾਕੂਮੈਂਟਸ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਆਏਗੀ। ਵੈਸੇ ਵੀ ਇੱਕ ਲਿਮਿਟਡ ਟਾਈਮ ਦਿੱਤਾ ਗਿਆ ਇਮੀਗ੍ਰੇਸ਼ਨ ਤੋਂ, ਇਸ ਕਰਕੇ ਜਲਦੀ ਤੋਂ ਜਲਦੀ ਤੁਸੀਂ ਆਪਣੀ ਡਾਕੂਮੈਂਟੇਸ਼ਨ ਜ਼ਰੂਰ ਪੂਰੀ ਕਰਾਓ। ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।